ਧੰਨ ਗੁਰੂ ਅਰਜਨ ਦੇਵ ਸਾਹਿਬ ਜੀ ਪਾਵਨ ਪਵਿੱਤਰ ਅੰਮ੍ਰਿਤ ਬਚਨ ਉਚਾਰਨ ਕਰ ਰਹੇ ਨੇ। ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਮਨ ਕਰਕੇ ਵੀ ਆਰਾਧੋ ਤੇ ਤਨ ਕਰਕੇ ਵੀ ਆਰਾਧੋ। ਵੈਸੇ ਸ਼ੁਰੂਆਤ ਤਨ ਕਰਕੇ ਆਰਾਧਨਾ ਤੋਂ ਹੁੰਦੀ ਹੈ। ਜਦੋਂ ਸਰੀਰ ਕਰਕੇ ਆਰਾਧਦੇ ਹਾਂ ਫਿਰ ਉਹ ਮਨ ਤੱਕ ਪਹੁੰਚਦਾ, ਕਿਉਂਕਿ ਸਾਡੀ ਜਿਹੜੀ ਪਕੜ ਹੈ ਉਹ ਸਥੂਲ ਚੀਜ਼ ਦੀ ਹੈ। ਕਿਉਂਕਿ ਸਥੂਲ ਮੰਡਲ ਚ ਰਹਿੰਦੇ ਆ, ਸਥੂਲ ਸਰੀਰ ਹੈ, ਔਰ ਸਾਡੀ ਪਕੜ ਵੀ ਸਥੂਲ ਚੀਜ਼ਾਂ ਦੀ ਹੈ। ਨਿਰੰਕਾਰ ਦੀ ਜਿਹੜੀ ਆਰਾਧਨਾ ਹੈ ਉਹ ਸੂਖਸ਼ਮ ਹੈ, ਪਰ ਉਹਦੀ ਪ੍ਰਾਰੰਭਤਾ ਜਿਹੜੀ ਆ ਉਹ ਸਥੂਲ ਰੂਪ ਤੋਂ ਹੀ ਹੋਵੇਗੀ। ਹੱਡ ਚੰਮ ਦੀ ਬਣੀ ਹੋਈ ਸਾਡੀ ਜਿਹੜੀ ਰਸਨਾ ਇਸੇ ਤੋਂ ਆਰਾਧਾਂਗੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਆਰਾਧਨਾ ਭਾਵੇਂ ਸੂਖਮ ਸਰੂਪ ਦੀ ਹੈ, ਪਰ ਪਹਿਲਾਂ ਤਨ ਕਰਕੇ ਆਰਾਧਨਾ। ਤਨ ਦੀ ਆਰਾਧਨਾ ਕੀ ਹੈ? ਨੇਤਰਾਂ ਤੇ ਕਾਬੂ ਕਰਨਾ, ਕੰਨਾਂ ਤੇ ਕਾਬੂ ਕਰਨਾ, ਜ਼ੁਬਾਨ ਤੇ, ਹੱਥਾਂ ਪੈਰਾਂ ਤੇ, ਚਮੜੀ ਤੇ, ਜਿਹੜੀਆਂ ਇਹ ਗਿਆਨ ਇੰਦਰੀਆਂ ਨੇ ਪੰਜ, ਇਹਨਾਂ ਤੇ ਕਾਬੂ ਕਰਨਾ। ਕਰਮ ਇੰਦਰੀਆਂ ਤੇ ਕਾਬੂ ਕਰਨਾ, ਇਹਨਾਂ ਨੂੰ ਸਾਧਣਾ। ਭੋਜਨ ਇਸ ਪ੍ਰਕਾਰ ਦਾ ਕਰਨਾ, ਬਾਹਰਲੀ ਵਿਵਹਾਰ ਦੀ ਬਿਰਤੀ ਕਿਸ ਤਰ੍ਹਾਂ ਦੇ ਲੋਕਾਂ ਨਾਲ ਹੋਣੀ, ਇਹ ਬਹੁਤ ਸਾਰੀਆਂ ਵਿਚਾਰਾਂ ਨੇ ਜਿਹੜੀਆਂ ਤਨ ਦੀਆਂ ਆਰਾਧਨਾ ਨਾਲ ਜੁੜੀਆਂ ਹੋਈਆਂ। ਸਤਿਪੁਰਸ਼ ਵਿਵੇਕ ਰੱਖਦੇ ਨੇ ਖਾਣ ਦਾ, ਵੇਖਣ ਦਾ, ਸੁਣਨ ਦਾ। ਉਹਨਾਂ ਆਪਣੇ ਬਾਹਰਲੇ ਸੰਸਾਰ ਦੇ ਵਿੱਚ ਵਿਚਰਨ ਵਾਸਤੇ ਕੁਝ ਨਿਯਮਾਵਲੀ ਬਣਾਈ ਹੋਈ ਹੈ। ਗੁਰੂ ਸਾਹਿਬ ਜੀ ਨੇ ਸਾਨੂੰ ਰਹਿਤ ਬਹਿਤ ਦੱਸੀ ਹੈ। ਇਹ ਤਨ ਦੀ ਆਰਾਧਨਾ। 4 ਵਜਰ ਕੁਰੈਤਾਂ ਜਿਨ੍ਹਾਂ ਤੋਂ ਸਤਿਗੁਰਾਂ ਨੇ ਸਾਨੂੰ ਵਰਜਿਆ, ਇਹ ਵੀ ਤਾਂ ਤਨ ਦੀ ਆਰਾਧਨਾ ਹੀ ਹੈ ਨਾ। ਕੇਸ ਕਤਲ ਨਹੀਂ ਕਰਾਉਣੇ, ਕੁੱਠਾ ਨਹੀਂ ਖਾਣਾ, ਜਗਤ ਝੂਠ ਦੀ ਵਰਤੋਂ ਨਹੀਂ ਕਰਨੀ, ਪਰ ਇਸਤਰੀ ਜਾਂ ਪਰ ਪੁਰਖ ਗਾਮੀ ਨਹੀਂ ਹੋਣਾ, ਪਰ ਤ੍ਰੈ ਰੂਪ ਨ ਪੇਖੈ ਨੇਤਰ, ਮੰਦ ਭਾਵਨਾ ਰੱਖ ਕੇ। ਤੋ ਇਹ ਤਨ ਦੀ ਆਰਾਧਨਾ ਤੋਂ ਸ਼ੁਰੂਆਤ ਹੁੰਦੀ ਹੈ। ਇਹੀ ਤਨ ਦੀ ਆਰਾਧਨਾ ਸਹਿਜੇ ਸਹਿਜੇ ਮਨ ਤੱਕ ਪਹੁੰਚਦੀ ਹੈ, ਫਿਰ ਹਿਰਦਾ ਸ਼ੁੱਧ ਹੋਣ ਲੱਗਦਾ। ਤੋ ਗੁਰਦੇਵ ਨੇ ਇੱਥੇ ਦੋਵੇਂ ਪ੍ਰਕਾਰ ਲਿਖੇ ਨੇ ਕਿ ਮਨ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੀਏ। ਮਨ ਤਨ ਕਰਕੇ ਪ੍ਰਭੂ ਨੂੰ ਆਰਾਧੀਏ। ਪੁੱਛਿਆ ਮਹਾਰਾਜ ਜੀ ਕੋਈ ਸ੍ਰੇਸ਼ਟ ਥਾਂ ਹੋਵੇ ਜਿੱਥੇ ਆਰਾਧੀਏ? ਕਹਿੰਦੇ ਹਾਂ, ਮਿਲ ਸਾਧ ਸਮਾਗੈ। ਸਾਧ ਸੰਗਤ ਦੇ ਸਮਾਗਮ ਵਿੱਚ ਆ ਕੇ, ਜਿੱਥੇ ਸਾਧ ਸੰਗਤ ਹੁੰਦੀ ਆ ਉੱਥੇ ਸਮਾਗੈ ਦਾ ਮਤਲਬ ਆ ਕੇ, ਉੱਥੇ ਇਕੱਠੇ ਹੋ ਕੇ ਫਿਰ ਆਰਾਧੀਏ, ਪਰਮੇਸ਼ਰ ਦੀ ਆਰਾਧਨਾ ਕਰੀਏ। ਸਮਾਗੈ ਦਾ ਮਤਲਬ ਸਮਾਗਮ ਵਿੱਚ ਆ ਕੇ, ਜਿੱਥੇ ਸਾਰੇ ਮਿਲ ਕੇ ਬੈਠਦੇ ਨੇ, ਇਕੱਤਰ ਹੋ ਕੇ ਬੈਠਦੇ ਨੇ, ਆਗੈ ਉੱਥੇ ਆ ਕੇ ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੋ। ਸਾਧ ਸੰਗਤ ਦੀ ਬੜੀ ਵੱਡੀ ਬਰਕਤ ਹੈ। ਭਾਈ ਸਾਹਿਬ ਭਾਈ ਗੁਰਦਾਸ ਜੀ ਲਿਖਦੇ ਨੇ, ਇਕੱਲਾ ਬੰਦਾ ਰਾਹ ਤੇ ਜਾਂਦਾ ਹੋਵੇ, ਲੰਮੇ ਪੈਂਡੇ ਤੇ ਲੁੱਟੇ ਜਾਣ ਦਾ ਖਤਰਾ ਹੈ।
ਪਰ ਜਦੋਂ ਇਕੱਠ ਵਿੱਚ ਸੰਗ ਵਿੱਚ ਮਿਲ ਕੇ ਪਹੁੰਚੇ ਚੱਲੇ ਤੇ ਉਹ ਆਪਣੀ ਮੰਜ਼ਿਲ ਤੇ ਪਹੁੰਚ ਜਾਂਦਾ। ਸੰਗਤ ਵਿੱਚ ਜਦੋਂ ਅਸੀਂ ਇਕੱਤਰ ਹੁੰਦੇ ਹਾਂ ਤਾਂ ਸਾਧ ਸੰਗਤ ਦੀ ਇਕੱਤਰਤਾਈ ਵਿੱਚ ਬਹੁਤ ਸੂਖਮ ਭਾਵ ਜਿਹੜੇ ਨੇ ਉਹ ਸਾਨੂੰ ਸਮਝ ਵਿੱਚ ਆਉਂਦੇ। ਇਸ ਗੱਲ ਨੂੰ ਸਾਧਕ ਹੀ ਜਾਣ ਸਕਣਗੇ ਕਿ ਸੰਗਤ ਦੇ ਵਿੱਚ ਜਿੱਥੇ ਅਸੀਂ ਆ ਸਥੂਲ ਸਰੀਰਾਂ ਵਾਲੇ ਬੈਠੇ ਹਾਂ, ਇੱਥੇ ਸੂਖਮ ਰੂਹਾਂ ਵੀ ਹਨ, ਦੇਵ ਰੂਹਾਂ ਜੋ ਸਤਿਗੁਰਾਂ ਦੇ ਤਾਬਿਆਂ ਰਹਿੰਦੀਆਂ। ਤੋ ਉਹਨਾਂ ਸਾਰਿਆਂ ਦੇ ਸਵਰੂਪ ਦੇ ਵਿੱਚੋਂ ਬਹੁਤ ਕੁਝ ਸਾਡੇ ਅੰਦਰ ਜਿਹੜਾ ਹੈ ਉਹ ਪ੍ਰਭਾਵ ਪੈਂਦਾ। ਫਿਰ ਸੰਗਤ ਦੇ ਵਿੱਚ ਉਤਸ਼ਾਹ ਮਿਲਦਾ। ਵੱਡੀ ਗੱਲ ਸਤ ਸੰਗੀਆਂ ਨੂੰ ਵੇਖ ਕੇ, ਨਾਲ ਦੇ ਸਾਥੀਆਂ ਨੂੰ ਵੇਖ ਕੇ ਕਿ ਭਜਨ ਕਰਨ ਵਾਲੇ ਨੇ, ਬਾਣੀ ਪੜ੍ਹਨ ਵਾਲੇ ਨੇ, ਉਹਨਾਂ ਨੂੰ ਵੇਖ ਕੇ ਮਨ 'ਚ ਚਾਅ ਜਾਗਦਾ। ਤਿਨਾ ਦੇਖ ਮਨ ਚਾਓ ਉਠੰਦਾ ਹੋ, ਕਦ ਪਾਈ ਗੁਣ ਤਾਸਾ। ਚਾਅ ਜਾਗਦਾ। ਇਸ ਕਰਕੇ ਸੰਗਤ ਦਾ ਗੁਣ ਬੜਾ ਵੱਡਾ ਹੈ। ਸਾਧ ਸੰਗਤ ਦਾ ਬੜਾ ਵੱਡਾ ਪ੍ਰਤਾਪ ਹੈ। ਇਸੇ ਕਰਕੇ ਕਬੀਰ ਜੀ ਮਹਾਰਾਜ ਜੀ ਕਹਿੰਦੇ ਵੀ ਇੱਕ ਘੜੀ ਤੋਂ ਅੱਧੀ, ਅੱਧੀ ਤੋਂ ਵੀ ਅੱਧੀ, ਜਦੋਂ ਸਾਧ ਸੰਗਤ ਦੇ ਵਿੱਚ ਕੋਈ ਜੁੜ ਕੇ ਬੈਠਦਾ ਤਾਂ ਉਹਦਾ ਲਾਭ ਹੀ ਲਾਭ ਹੈ, ਫਲ ਹੀ ਫਲ ਹੈ। ਤੋ ਸਾਧ ਸੰਗਤ ਵਿੱਚ ਮਿਲ ਕੇ ਆ ਕੇ ਇਕੱਤਰ ਹੋ ਕੇ ਮਨ ਕਰਕੇ ਔਰ ਤਨ ਕਰਕੇ ਪ੍ਰਭੂ ਦੀ ਆਰਾਧਨਾ ਕਰੋ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਜਦੋਂ ਉਸ ਗੋਪਾਲ ਵਾਹਿਗੁਰੂ ਪਾਰ ਬ੍ਰਹਮ ਪਰਮੇਸ਼ਰ ਦਾ ਜਸ ਉਚਰੋਗੇ, ਨਿਰੰਕਾਰ ਦੀ ਸੋਭਾ ਕਰੋਗੇ, ਵਾਹਿਗੁਰੂ ਦੀ ਵਡਿਆਈ ਕਰੋਗੇ, ਉਹਦੀਆਂ ਸਿਫਤਾਂ ਕਰੋਗੇ, ਤਾਂ ਉਸ ਗੋਪਾਲ ਵਾਹਿਗੁਰੂ ਪਰਮੇਸ਼ਰ ਦਾ ਜਸ ਉਚਰਦਿਆਂ ਲਾਭ ਇਹ ਮਿਲੇਗਾ ਕਿ ਜਿਹੜੇ ਜਮ ਨੇ ਉਹ ਦੂਰੋਂ ਹੀ ਭੱਜ ਜਾਣਗੇ। ਉਚਰਤ ਗੁਣ ਗੋਪਾਲ ਜਸ, ਦੂਰ ਤੇ ਜਮ ਭਾਗੈ। ਜਮ ਭੱਜ ਜਾਣਗੇ, ਜਮ ਨੇੜੇ ਨਹੀਂ ਆਉਣਗੇ। ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦਾ ਪ੍ਰਤਾਪ ਹੈ। ਗੁਰੂ ਪਾਤਸ਼ਾਹ ਦੀਆਂ ਵਡਿਆਈਆਂ ਕਰਦਿਆਂ, ਸਤਿਗੁਰਾਂ ਦਾ ਜਸ ਕਰਦਿਆਂ, ਜਿਹੜੇ ਨਾਮ ਜਪਣ ਵਾਲੇ ਨੇ, ਪਰਮੇਸ਼ਰ ਦਾ ਜਸ ਕਰਨ ਵਾਲੇ ਹਨ, ਜਮ ਉਹਨਾਂ ਨੂੰ ਛੱਡ ਕੇ ਉਹਨਾਂ ਤੋਂ ਦੂਰ ਚਲੇ ਜਾਂਦੇ ਹਨ। ਰਾਮ ਨਾਮ ਜੋ ਜਨ ਜਪੈ, ਅਨ ਦਿਨ ਸਦ ਜਾਗੈ। ਜਿਹੜੇ ਜਿਹੜੇ ਜਨ ਰਾਮ ਦੇ ਨਾਮ ਨੂੰ ਜਪਦੇ ਹਨ, ਰਾਮ ਦੇ ਨਾਮ ਦੀ ਵਡਿਆਈ ਕਰਦੇ ਨੇ, ਉਹ ਫਿਰ ਰਾਤ ਦਿਨ ਜਾਗਦੇ ਨੇ। ਹੁਣ ਕੋਈ ਆਖੇ ਕਿ ਨਾਮ ਜਪਣ ਵਾਲੇ ਸੌਂਦੇ ਨਹੀਂ। ਭਾਈ ਸਰੀਰ ਕਰਕੇ ਤਾਂ ਕਿਰਿਆ ਰਹੇਗੀ ਉਹਨਾਂ ਦੀ, ਸੌਣ ਦੀ ਵੀ, ਸਰੀਰ ਕਰਕੇ ਜਾਗਣ ਦੀ ਵੀ, ਪਰ ਉਹਨਾਂ ਦੀ ਸੁਰਤ ਜਿਹੜੀ ਹੈ ਉਹ ਹਮੇਸ਼ਾ ਜਾਗਦੀ ਰਹਿੰਦੀ ਹੈ, ਚੁਕੰਨੇ ਰਹਿੰਦੇ ਆ, ਸਾਵਧਾਨ ਰਹਿੰਦੇ ਆ। ਸਾਵਧਾਨ ਕਿ ਉਹਨਾਂ ਦਾ ਪੈਰ ਕਿਸੇ ਮਾੜੇ ਭੈੜੇ ਪਾਸੇ ਖੁੱਭ ਨਾ ਜਾਵੇ। ਸਾਵਧਾਨ, ਇਹਨੂੰ ਕਹਿੰਦੇ ਨੇ ਜਾਗਣਾ। ਜਿਹੜੇ ਜਾਗੇ ਹੋਏ ਨੇ, ਹਮੇਸ਼ਾ ਜਾਗੇ ਹੋਏ ਜਿਹੜੇ ਨੇ, ਉਹੀ ਆਪਣੇ ਹੱਕ ਮੰਗਦੇ ਨੇ। ਸੁੱਤੇ ਪਿਆਂ ਨੂੰ ਤਾਂ ਜਿਹੜਾ ਮਰਜ਼ੀ ਲੁੱਟ ਕੇ ਲੈ ਜਾਏ। ਜਾਗਿਆਂ ਹੋਇਆਂ ਦੀ ਨਿਸ਼ਾਨੀ ਹੈ ਕਿ ਉਹ ਰਾਤ ਦਿਨ ਨਿਰੰਕਾਰ ਪਰਮੇਸ਼ਰ ਦੀ ਆਰਾਧਨਾ ਕਰਦੇ, ਦਿਨ ਰਾਤ ਆਰਾਧਦੇ ਨੇ, ਅਕਾਲ ਪੁਰਖ ਵਾਹਿਗੁਰੂ ਪਰਮੇਸ਼ਰ ਦਾ ਭਜਨ ਕਰਦੇ। ਰਾਮ ਨਾਮ ਜੋ ਜਨ ਜਪੈ, ਆਨ ਦਿਨ ਸਦ ਜਾਗੈ। ਉਹ ਰਾਤ ਦਿਨ ਜਾਗਦੇ ਹਨ। ਹਾਂਜੀ। ਤੰਤ ਮਲਤ ਨੈ ਜੋ ਹੋਈ, ਤਿਤ ਚਾਖ ਨਾ ਲਾਗੈ। ਉਹਨਾਂ ਨੂੰ ਕੋਈ ਤੰਤਰ ਮੰਤਰ ਨਹੀਂ ਜੋਂਦੇ।
बड़े ने जेड़े तंत्र मंत्र करते है, टूने करते है, कईयां दी विरती हुंदी है कि शायद मैं किसी दा टूना करके माड़ा करांगा ते उहदे नाल मेरा भला हो जाएगा। ये कदे हो सकता भी तुसी किसी दा बुरा करो ते बदले च तुहाडा भला होवे? पहली गल तां यही विचारनी चाहिदी है ना कि टूना करन वाला सोचे कि मैं किसी दा बुरा करके अपना भला कर ला। ये नहीं हो सकता। किसी नूं पत्थर मार के बदले च तुसी फुल्लां दी आस नहीं कर सकते। दूजे जेड़े टूने टामण कराण वाले बाबे हुंदे आ, उन्हां दे भी अल्ले पल्ले कुछ नहीं। वो भी गुमराह करदे आ, समाज नूं तोड़दे ने कि रिश्तेदार फलाना तेरा तेरा ये बुरा करदा, फलाने ने तेरे ते आ कीता, तेरे शरीकां दे विच फलाने ने। वो आपसी भाईचारक साझ नूं खत्म कर रहे ने। इदां दे लोकां दे उत्ते तां कानूनी दंड भी होना चाहिए। इहो जे पखंडियां दंबियां दियां दुकानां जिहड़े टूने टामण करन वाले ने, तंत्र मंत्र करन वाले ने, इन्हां वास्ते कोई प्रावधान इहो जिहा कानून दा भी शायद होवेगा भी कि नहीं होना चाहिए, दंड देना चाहिए इन्हां नूं, ਜਿਹੜੇ समाज की एकजुटता नूं खत्म करते हैं, लोकां नूं गुमराह करते आ। चुरस्तियां विच जाके तुसीं टूणे करो, फलाणिਆਂ ਦੇ घरां विच जाके टूणे करो। ये सब पखंड है। करन वाले भी ये सोच लैण कि किसी दा बुरा करके आप दा भला नहीं होना। ते मान लो जे किसी नूं पता लग गया मेरे ते किसी ने टूना कीता तां वो भी ये भुलेखा कढ़ देवे, जे वो गुरबाणी पढ़दा है, भजन करदा भी किसी दा चलाया टूना तेरे ते चलेगा, नहीं चलना। ये वक्खो वखरे पड़ा ने। गुरदेव कहंदे तंत्र मंत्र नहीं चलदे ओहदे ते, ओनू जो भी नहीं सकदे। तित चाख ना लागे। चाख दा मतलब हुंदा बुरी नज़र। उन्हां नूं बुरी नज़र भी नहीं लगदी। उन्हां नूं अपने घरां दे मूहरे लिख के नहीं लाना पैंदा, बुरी नज़र वाले तेरा मूँह काला। उन्हां नूं इह भी नहीं लिख के लाना पैंदा सड़ ना रीस कर, क्योंकि वो जानते ने सब नूं अपने भागां दा मिलना। वाहिगुरू जी जिहड़ी साडी परा लभदा। इस करके गरीब नवाज साहब जी कहंदे भी ना तां नाम जपण वालियां नूं कोई तंत्र मंत्र जोंदा, ना ही वो यकीन करते ने किसी तंत्र मंत्र ते। एक गल ऐसी है भी जदों असीं किसी प्रकार का कोई तंत्र मंत्र वेख के जां कोई टूना टामण वेख के मानसिक तौर ते सोच लीए भी ये मेरे बुरे लिए ही होया, वो तंत्र मंत्र ते भावें बुरा ना करे, जिहड़ा असीं थॉट बना लिया अपने अंदर, विचारधारा बना लई, उहने जरूर बुरा कर देना। जदों बंदे ने सोचना भी हुण मेरा नुकसान होवेगा, फलाणे ने टूना कीता, टूने नाल नहीं होना। जदों तुसी सोची जाना है, वो नुकसान जिहड़ा बाहरला तां खरे कदों होना, जिहड़ा हिरदे तौर ते मानसिक तौर ते अंदर नुकसान हो रहा है, वो कितना वड्डा है जदों चिंतित है। तो गुरसिख नूं गुरदेव ने गुरबाणी नाल जोड़ के मानसिक तौर ते बली कीता कि सिखा तेरे ते नहीं कोई तंत्र मंत्र चलदा जे तू गुरबाणी पढ़दा। जपजी साहब दा पाठ करन वाले गुरमुखां ते, मूल मंत्र दा जाप करन वाले गुरमुखां ते
ਨਿਤਨੇਮ ਕਰਨ ਵਾਲੇ ਗੁਰਮੁਖਾਂ ਤੇ, ਗੁਰਬਾਣੀ ਪੜਨ ਵਾਲੇ ਗੁਰਮੁਖਾਂ ਤੇ, ਗੁਰੂ ਘਰ ਵਿੱਚ ਆ ਕੇ ਸਤਿਗੁਰਾਂ ਦੀ ਸੇਵਾ ਕਰਨ ਵਾਲਿਆਂ ਤੇ ਕੋਈ ਤੰਤਰ ਮੰਤਰ ਨਹੀਂ ਚੱਲਦਾ, ਨਾ ਉਹਨਾਂ ਨੂੰ ਕਿਸੇ ਦੀ ਕੋਈ ਬੁਰੀ ਨਜ਼ਰ ਲੱਗਦੀ ਹੈ। ਹਾਂਜੀ। ਰਹਾਉ ਕਾਮ ਕ੍ਰੋਧ ਮਦ ਮਾਨ ਮੋਹ ਬਿਨ ਸੇ ਅਨੁਰਾਗੈ। ਜਦੋਂ ਪਰਮੇਸ਼ਰ ਨਾਲ ਅਨੁਰਾਗ ਕਰੀਏ ਨਾ, ਅਕਾਲ ਪੁਰਖ ਨਾਲ ਪ੍ਰੇਮ ਕਰੀਏ, ਵਾਹਿਗੁਰੂ ਨਾਲ ਪ੍ਰੇਮ ਕਰੀਏ, ਸਾਚ ਕਹੋ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿਨਹਿ ਪ੍ਰਭ ਪਾਇਓ। ਜਦੋਂ ਵਾਹਿਗੁਰੂ ਨਾਲ ਪ੍ਰੇਮ ਕਰੀਏ ਤੇ ਪਰਮੇਸ਼ਰ ਦੇ ਪ੍ਰੇਮ ਦਾ ਫਲ ਕੀ ਮਿਲਦਾ? ਜਿਹੜੇ ਰੱਬ ਨਾਲ ਪ੍ਰੇਮ ਕਰਨ ਵਾਲੇ ਨੇ, ਪਾਤਸ਼ਾਹ ਕਹਿੰਦੇ ਉਹਨਾਂ ਦੇ ਹਿਰਦੇ ਚੋਂ ਕਾਮ, ਕ੍ਰੋਧ, ਹੰਕਾਰ, ਮਾਣ, ਮੋਹ ਇਹ ਸਾਰੇ ਬਿਨਸ ਜਾਂਦੇ ਆ। ਜਿੱਥੇ ਪ੍ਰੇਮ ਵਸ ਜੇ ਉੱਥੇ ਇਹਨਾਂ ਨੂੰ ਵਸਣ ਦੀ ਥਾਂ ਹੀ ਨਹੀਂ ਮਿਲਦੀ। ਜਿੱਥੇ ਨਿਰੰਕਾਰ ਦੀ ਪ੍ਰੀਤ ਵਸਦੀ ਆ ਉੱਥੇ ਵਿਕਾਰ ਕਿੱਥੇ ਵਸਣੇ ਆ? ਕਹਿੰਦੇ ਵਾਹਿਗੁਰੂ ਪਰਮੇਸ਼ਰ ਦੇ ਪ੍ਰੇਮ ਨਾਲ ਕਾਮ, ਕ੍ਰੋਧ ਆਦਿ ਕੇ ਜਿਤਨੇ ਵੀ ਵਿਕਾਰ ਨੇ, ਚਾਹੇ ਹੰਕਾਰ ਹੈ, ਮਾਣ ਹੈ, ਮੋਹ ਹੈ, ਇਹ ਸਾਰੇ ਬਿਨਸ ਜਾਂਦੇ ਹਨ। ਆਨੰਦ ਮਗਨ ਰਸ ਰਾਮ ਰੰਗ ਨਾਨਕ ਸ਼ਰਨਾਗੈ। ਪਾਤਸ਼ਾਹ ਕਹਿੰਦੇ ਹੇ ਵਾਹਿਗੁਰੂ ਜੀ, ਮੈਂ ਤੁਹਾਡੀ ਸ਼ਰਨ ਵਿੱਚ ਆ। ਜਿਹੜੇ ਵਾਹਿਗੁਰੂ ਦੀ ਸ਼ਰਨ ਚ ਪੈ ਗਏ ਉਹ ਆਨੰਦ ਸਹਿਤ ਮਗਨ ਹੋ ਗਏ, ਆਨੰਦ ਸਹਿਤ ਮਗਨ ਹੋ ਗਏ। ਮਗਨ ਦਾ ਮਤਲਬ ਹੁੰਦਾ ਮਸਤ। ਆਨੰਦ ਜਿਨ੍ਹਾਂ ਦੇ ਹਿਰਦੇ ਚ ਹੋਵੇਗਾ ਉਹੀ ਮਸਤ ਹੋਣਗੇ ਨਾ। ਜਿਨ੍ਹਾਂ ਦੇ ਹਿਰਦੇ ਵਿੱਚ ਘਬਰਾਹਟ ਹੈ, ਜਿਨ੍ਹਾਂ ਦੇ ਹਿਰਦੇ ਵਿੱਚ ਚਿੰਤਾ ਹੈ, ਉਹ ਕਿਵੇਂ ਮਸਤ ਹੋ ਸਕਦੇ ਹੈ? ਜਦੋਂ ਮਾਲਕ ਦੀ ਸ਼ਰਨ ਚ ਪੈ ਗਏ ਫਿਰ ਉੱਥੇ ਆਨੰਦ ਹੈ। ਫਿਰ ਪਤਾ ਵੀ ਜੋ ਮੇਰੀ ਚਿੰਤਾ ਮੇਰੇ ਮਾਲਕ ਨੂੰ ਹੈ, ਮੇਰੇ ਸੁਆਮੀ ਨੂੰ। ਉੱਥੇ ਫਿਰ ਮਗਨ ਹੋ ਕੇ, ਉਹ ਮਸਤ ਹੋ ਕੇ ਨਿਰੰਕਾਰ ਦੇ ਮਾਰਗ ਤੇ ਚੱਲਦੇ ਨੇ।